ਗੁਰੂ ਨਾਨਕ ਦੇਵ ਜੀ ਮਹਾਰਾਜ ਸੁਣਨ ਦੀ ਮਹਾਨਤਾ ਦੱਸਦੇ ਹੋਏ ਫਰਮਾਨ ਕਰ ਰਹੇ ਨੇ ਕਿ ਪ੍ਰਭੂ ਦਾ ਨਾਮ ਜੋ ਸੁਣ ਲੈਂਦਾ ਹੈ ਉਸ ਦੇ ਪਾਪ ਨਾਸ ਹੋ ਜਾਂਦੇ ਨੇ। ਦੂਜੇ ਨੂੰ ਚੋਟ ਪਹੁੰਚਾਉਣ ਦੀ ਬਿਰਤੀ ਉਸ ਦੇ ਅੰਦਰੋਂ ਖਤਮ ਹੋ ਜਾਂਦੀ ਹੈ। ਇਸ ਵਾਸਤੇ ਪਲਟ ਕੇ ਉਸ ਨੂੰ ਵੀ ਚੋਟ ਨਹੀਂ ਖਾਣੀ ਪੈਂਦੀ। ਪਾਪ ਨਾਸ ਹੋ ਗਏ, ਦੁੱਖ ਨਾਸ ਹੋ ਗਏ। ਇਸ ਵਾਸਤੇ ਜੋ ਪ੍ਰਭੂ ਦਾ ਨਾਮ ਸੁਣ ਲੈਂਦਾ ਹੈ, ਅੱਠੇ ਪੈਰ ਉਸ ਦੇ ਅੰਦਰ ਵਿਗਾਸ ਬਣਿਆ ਰਹਿੰਦਾ ਹੈ, ਖੇੜਾ ਬਣਿਆ ਰਹਿੰਦਾ ਹੈ, ਮਸਤੀ ਬਣੀ ਰਹਿੰਦੀ ਹੈ। ਸੁਣੈ ਸਤ ਸੰਤੋਖ ਗਿਆਨ। ਸੁਣੀਏ ਦੀ ਇਸ ਤੀਸਰੀ ਪੌੜੀ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਪ੍ਰਭੂ ਦਾ ਨਾਮ ਸੁਣਨ ਵਾਲਾ ਸਤ ਤੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ। ਸਤ ਸ਼ਬਦ ਸੰਤੋਖ ਦੇ ਨਾਲ ਹੋਵੇ ਤਾਂ ਸਤ ਦੇ ਅਰਥ ਨੇ ਦਾਨ, ਦੇਣ ਦੀ ਬਿਰਤੀ। ਤੇ ਜਦੋਂ ਦੇਣ ਦੀ ਬਿਰਤੀ ਪੈਦਾ ਹੋ ਜਾਏ ਮਨੁੱਖ ਦੇ ਅੰਦਰੋਂ, ਸਮਝ ਲਓ ਇਹ ਪ੍ਰਭੂ ਦੇ ਨੇੜੇ ਚਲਾ ਗਿਆ। ਮਾਸੂਮ ਬੱਚਾ ਅਜੇ ਲੈਣਾ ਜਾਣਦਾ ਹੈ, ਦੇਣਾ ਨਹੀਂ। ਉਸ ਨੂੰ ਕਹਿ ਦਈਏ ਵੀ ਜਿਹੜਾ ਖਿਡੌਣਾ ਤੇਰੇ ਕੋਲ ਹੈ ਇਹ ਦੂਸਰੇ ਬੱਚੇ ਨੂੰ ਦੇ ਦੇ, ਕਹਿੰਦਾ ਨਹੀਂ, ਤੋੜ ਦੇਗਾ, ਦੂਜੇ ਬੱਚੇ ਨੂੰ ਦੇਵੇਗਾ ਨਹੀਂ, ਕਿਉਂਕਿ ਅਜੇ ਦੇਣ ਦੀ ਬਿਰਤੀ ਦਾ ਉਸ ਦੇ ਅੰਦਰੋਂ ਜਨਮ ਨਹੀਂ ਹੋਇਆ। ਅਗਰ ਜਵਾਨ ਹੋ ਕੇ, ਬੁੱਢਾ ਹੋ ਕੇ ਵੀ ਦੇਣ ਦੀ ਬਿਰਤੀ ਦਾ ਜਨਮ ਨਹੀਂ ਹੋਇਆ, ਸਿਰਫ ਲੈਣ ਦੀ ਬਿਰਤੀ ਹੀ ਪਲਬਲ ਹੈ, तो ऐसा मनुख संसारी है, धार्मिक नहीं, भगत नहीं। परमात्मा दा नाम सुनन वाला दानी हो जाता है। क्यों कि वह संतोखी हो जाता है। दे सकण दी समर्था भी संतोख तो पैदा होती है। अपने आप दे जो संतुष्ट है वह देण दी समर्था भी रखता है, पर जो अपने आप दे ही दुखी है, बेचैन है, असंतुष्ट है, वो खोण दी ही ते बिरती परबल रखदा है, पर देण दी नहीं। इस वास्ते सतगुरु कहंदे ने जो परमात्मा दा नाम सुनदा है ਉਹਦੇ ਅੰਦਰੋਂ ਸੰਤੋਖ ਪੈਦਾ ਹੋ ਜਾਂਦਾ ਹੈ, ਉਹਦੇ ਅੰਦਰੋਂ ਸਤ ਦਾ ਜਨਮ ਹੁੰਦਾ ਹੈ, ਦਾਨ ਦਾ ਜਨਮ ਹੁੰਦਾ ਹੈ। ਦਾਨ ਉਹਨਾਂ ਵਾਸਤੇ ਹੈ ਜੋ ਜੀਵਨ ਦੇ ਕਿਸੇ ਪੱਖ ਦੇ ਵਿੱਚੋਂ ਵੀ ਪਿੱਛੇ ਰਹਿ ਗਏ ਨੇ। ਸਿਮਰਨ ਉਸ ਦਾ ਕਰਨਾ ਹੈ ਜੋ ਸਭ ਤੋਂ ਅੱਗੇ ਹੈ, ਪਰ ਦੇਣਾ ਉਸ ਨੂੰ ਹੈ ਜੋ ਸਾਥੋਂ ਪਿੱਛੇ ਰਹਿ ਗਿਆ, ਗਿਆਨ ਦੇ 'ਚ, ਕਲਾ ਦੇ 'ਚ, ਧਰਮ ਦੇ 'ਚ, ਅਰਥ ਦੇ 'ਚ ਜਾਂ ਸਮਾਜਿਕ ਤੌਰ ਤੇ ਪਛੜ ਗਿਆ। ਜੀਵਨ ਦੇ ਜਿਸ ਪਹਿਲੂ ਦੇ 'ਚ ਜੋ ਪਛੜ ਗਿਆ ਉਸ ਨੂੰ ਅੱਗੇ ਕਰਨ ਦਾ ਨਾਮ ਹੀ ਦਾਨ ਹੈ। ਤੋ ਪਰਮਾਤਮਾ ਦਾ ਨਾਮ ਸੁਣਨ ਵਾਲਾ ਸੰਤੁਸ਼ਟ ਹੋ ਜਾਂਦਾ ਹੈ। ਸੰਤੁਸ਼ਟ ਹੁੰਦਿਆਂ ਹੀ ਉਸ ਦੇ ਅੰਦਰੋਂ ਦਾਨੀ ਬਿਰਤੀਆਂ ਦਾ ਜਨਮ ਹੁੰਦਾ ਹੈ, ਔਰ ਪਰਮਾਤਮਾ ਦਾ ਨਾਮ ਸੁਣਨ ਵਾਲਾ ਹੀ ਸਹੀ ਮਾਇਨਿਆਂ ਦੇ 'ਚ ਗਿਆਨੀ ਹੁੰਦਾ ਹੈ, ਕਿਉਂਕਿ ਗਿਆਨ ਉਸ ਦੇ ਅੰਦਰੋਂ ਪੈਦਾ ਹੁੰਦਾ ਹੈ। ਇਹ ਗਿਆਨ ਅਕਸ਼ਰੀ ਗਿਆਨ ਨਹੀਂ ਆਉਂਦਾ, ਇਹ ਗਿਆਨ ਤੋਤਾ ਰਟਨ ਨਹੀਂ ਆਉਂਦਾ, ਇਹ ਗਿਆਨ ਅਨੁਭਵ ਪ੍ਰਕਾਸ਼ ਆਉਂਦਾ ਹੈ ਜੋ ਜੀਵਨ ਦੇ ਗਹਿਰੇ ਤਲ ਦੇ 'ਚੋਂ ਪੈਦਾ ਹੁੰਦਾ ਹੈ। ਪਰਮਾਤਮਾ ਦਾ ਨਾਮ ਜਦ ਕੰਨਾਂ ਦੇ ਰਾਹੀਂ ਅੰਦਰ ਗਿਆ ਤਾਂ ਉਹ ਜਿਸ ਤੋਹਫੇ ਦੇ ਨਾਲ ਬਾਹਰ ਪ੍ਰਗਟ ਹੁੰਦਾ ਹੈ ਉਹ ਸਤ ਹੈ, ਸੰਤੋਖ ਹੈ, ਗਿਆਨ ਹੈ। ਸੁਣੈ 68 ਕਾ ਇਸ਼ਨਾਨ। ਪਰਮਾਤਮਾ ਦਾ ਨਾਮ ਸੁਣਨ ਵਾਲਾ ਇਤਨਾ ਪਾਵਨ ਹੋ ਜਾਂਦਾ ਹੈ ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਏ। ਤੀਰਥ ਆਪਣੀ ਥਾਂ ਤੇ ਬਹੁਤ ਵੱਡੇ ਨੇ, ਮਹਾਨ ਨੇ, ਪਰ ਤੀਰਥਾਂ ਦੀ ਮਹਾਨਤਾ ਵੀ ਨਾਮ ਜਪਣ ਵਾਲਿਆਂ ਕਰਕੇ ਹੀ ਹੈ, ਸੰਤਾਂ ਕਰਕੇ ਹੈ, ਭਗਤਾਂ ਕਰਕੇ ਹੈ। ਇਸ ਵਾਸਤੇ ਇੱਥੇ ਤੇ ਇੱਕ ਸਵਾਲੀਆ ਫਿਕਰਾ ਖੜਾ ਕੀਤਾ ਹੈ ਭਗਤ ਕਬੀਰ ਨੇ। ਕਹਿਤ ਕਬੀਰ ਹਉ ਭਇਆ ਉਦਾਸ, ਤੀਰਥ ਬੜਾ ਕਿ ਹਰ ਕਾ ਦਾਸ। ਜੋ ਪ੍ਰਸ਼ਨ ਹੀ ਉੱਤਰ ਹੋਵੇ। ਸਾਹਿਤਿਕ ਦੁਨੀਆ ਵਿੱਚ ਇਸ ਤਰ੍ਹਾਂ ਦੀ ਕਵਿਤਾ ਦਾ ਇੱਕ ਖਾਸ ਅਸਥਾਨ ਹੈ। ਕਹਿਤ ਕਬੀਰ ਹਉ ਭਇਆ ਉਦਾਸ, ਤੀਰਥ ਬੜਾ ਕਿ ਹਰ ਕਾ ਦਾਸ। ਤੋ ਕਬੀਰ ਕਹਿੰਦੇ ਤੀਰਥ ਵੱਡਾ ਨਹੀਂ, ਹਰੀ ਕਾ ਦਾਸ ਵੱਡਾ।
ਹਰੀ ਦੇ ਦਾਸ ਦਾ ਜਿੱਥੇ ਜਨਮ ਹੋਇਆ ਤੋ ਜਨਮ ਅਸਥਾਨ ਵੀ ਤੀਰਥ ਬਣ ਜਾਏਗਾ। ਹਰੀ ਦਾ ਦਾਸ ਜਿੱਥੇ ਬੈਠਾ ਹੈ, ਭਗਤੀ ਕੀਤੀ ਹੈ, ਉਹ ਅਸਥਾਨ ਵੀ ਤੀਰਥ ਬਣ ਜਾਏਗਾ। ਤੇ ਹਰੀ ਦੇ ਦਾਸ ਦੇ ਜਿੱਥੇ ਮ੍ਰਿਤੂ ਹੋ ਗਈ ਹੈ, ਜਿੱਥੇ ਉਸਨੇ ਦੇਹੀ ਦਾ ਤਿਆਗ ਕੀਤਾ ਹੈ, ਉਹ ਅਸਥਾਨ ਵੀ ਤੀਰਥ ਬਣ ਜਾਏਗਾ। ਗਰਸ ਕੇ ਭਗਤ ਜਿੱਥੇ ਜਿੱਥੇ ਬੈਠੇ, ਉਹਦੇ ਕਦਮਾਂ ਦੇ ਚੋਂ ਤੀਰਥ ਦਾ ਜਨਮ ਹੈ। ਤੀਰਥ ਭਗਤਾਂ ਨੂੰ ਨਹੀਂ ਪੈਦਾ ਕਰਦੇ, ਭਗਤ ਤੀਰਥਾਂ ਨੂੰ ਜਨਮ ਦਿੰਦੇ ਨੇ। ਕਿਸੇ ਤੀਰਥ ਦੇ ਵਿੱਚ ਕੋਈ ਸਮਰੱਥਾ ਨਹੀਂ ਕਿ ਉਹ ਬ੍ਰਹਮ ਗਿਆਨੀ ਨੂੰ ਪੈਦਾ ਕਰੇ, ਪਰ ਹਰ ਬ੍ਰਹਮ ਗਿਆਨੀ ਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਤੀਰਥਾਂ ਨੂੰ ਜਨਮ ਦਿੰਦਾ ਹੈ। ਸਵੈਮ ਬ੍ਰਹਮ ਗਿਆਨੀ ਭਗਤ ਚੱਲਦਾ ਫਿਰਦਾ ਇੱਕ ਤੀਰਥ ਹੀ ਹੁੰਦਾ ਹੈ, ਜਿਹਨੂੰ ਜੰਗਮ ਤੀਰਥ ਕਰਕੇ ਕਹਿੰਦੇ ਨੇ। ਚੱਲਦਾ ਫਿਰਦਾ ਤੀਰਥ, ਉਹਦੇ ਕਦਮਾਂ ਦੇ ਚੋਂ ਤੀਰਥਾਂ ਦਾ ਜਨਮ ਹੁੰਦਾ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ, ਸੁਣਨ ਵਾਲਾ ਇਤਨਾ ਪਾਵਨ ਹੋ ਜਾਂਦਾ ਹੈ, ਇਤਨਾ ਪਵਿੱਤਰ ਹੋ ਜਾਂਦਾ ਹੈ, ਜੈਸੇ ਕਿ 68 ਤੀਰਥ ਪਾਵਨ ਨੇ, ਪਵਿੱਤਰ ਨੇ। ਉਸ ਕੱਲੇ ਨੇ ਮਾਨੋ 68 ਤੀਰਥਾਂ ਦਾ ਇਸ਼ਨਾਨ ਕਰ ਲਿਆ, ਇਤਨੀ ਪਵਿੱਤਰਤਾ ਹਾਸਲ ਕਰ ਲਈ ਹੈ। ਸੁਣੈ ਪੜ ਪਾਵੇ ਮਾਨ। ਜਦ ਕੋਈ ਪ੍ਰਮਾਤਮਾ ਦਾ ਨਾਮ ਗਹਿਰੇ ਤਲ ਦੇ ਸੁਣਦਾ ਤਾਂ ਉਸ ਦੇ ਅੰਦਰ ਹੋਰ ਜਾਣਨ ਦੀ ਭੁੱਖ ਪੈਦਾ ਹੁੰਦੀ ਹੈ। ਮੈਂ ਹੋਰ ਜਾਣਾ, ਮੈਂ ਹੋਰ ਜਾਣਾ। ਤੇ ਹੋਰ ਜਾਣਨ ਲਈ ਦੁਨੀਆ ਦੇ ਵਿੱਚ ਧਰਮ ਗ੍ਰੰਥ ਨੇ, ਤਾਂ ਪੜ੍ਹਨ ਦੀ ਰੁਚੀ ਪੈਦਾ ਹੁੰਦੀ ਹੈ। ਮੈਂ ਉਹ ਵੀ ਪੜ੍ਹਾਂ, ਮੈਂ ਉਹ ਵੀ ਪੜ੍ਹਾਂ। ਇਹ ਭੁੱਖ ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦਾ ਪਾਠ ਕਰਨ, ਪੜ੍ਹਨ ਤੇ ਮਜਬੂਰ ਕਰਦੀ ਹੈ। ਔਰ ਜੈਸੇ ਜੈਸੇ ਉਹ ਪੜ੍ਹਦਾ ਹੈ, ਵੈਸੇ ਵੈਸੇ ਉਸਦਾ ਅਨੁਭਵ, ਉਸਦਾ ਗਿਆਨ ਉਹਦੇ 'ਚ ਵਾਧਾ ਹੁੰਦਾ ਹੈ। ਔਰ ਜੈਸੇ ਉਸਦੇ ਗਿਆਨ ਦੇ 'ਚ ਵਾਧਾ ਹੁੰਦਾ ਹੈ, ਉਹਦੀ ਪੂਜਾ ਹੁੰਦੀ ਹੈ, ਉਹਦੀ ਪ੍ਰਤਿਸ਼ਠਾ ਹੁੰਦੀ ਹੈ, ਉਹਨੂੰ ਮਾਣ ਮਿਲਦਾ ਹੈ। ਸੁਣੈ ਪੜ ਪਾਵੇ ਮਾਨ। ਕੁਛ ਆਲਮ ਇਸ ਢੰਗ ਨਾਲ ਵੀ ਅਰਥ ਕਰਦੇ ਨੇ ਕਿ ਪੜ ਕੇ ਜੋ ਮਾਣ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ, ਉਹੀ ਮਾਣ ਪਰਮਾਤਮਾ ਦਾ ਨਾਮ ਸੁਣਨ ਨਾਲ ਮਿਲ ਜਾਂਦਾ ਹੈ। ਉਤਨੀ ਪ੍ਰਤਿਸ਼ਠਾ ਸਿਰਫ ਪ੍ਰਭੂ ਦੇ ਨਾਮ ਦੇ ਸੁਣਨ ਦੇ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ। ਸੁਣੈ ਲਾਗੈ ਸਹਿਜ ਧਿਆਨ। ਸਹਿਜ ਤੋਂ ਮੁਰਾਦ ਹੈ ਅਡੋਲਤਾ, ਟਿਕਾਓ। ਸੁਣਦਿਆਂ ਹੀ ਸੁਣਦਿਆਂ ਇੱਕ ਦਿਨ ਖਿੰਡਿਆ ਹੋਇਆ ਮਨ ਸਹਿਜ ਦੇ 'ਚ ਆ ਜਾਂਦਾ ਹੈ, ਟਿਕ ਜਾਂਦਾ ਹੈ। ਤੇ ਜੈਸੇ ਅਡੋਲ ਹੁੰਦਾ ਹੈ, ਪਰਮ ਅਡੋਲਤਾ ਦੇ ਮੁਜੱਸਮੇ ਪਰਿਪੂਰਨ ਪ੍ਰਮਾਤਮਾ ਨਾਲ ਉਸਦਾ ਸੰਬੰਧ ਜੁੜ ਜਾਂਦਾ ਹੈ। ਜੈਸੇ ਨਾਮ ਦੀ ਧਾਰਾ ਅੰਦਰ ਪ੍ਰਵੇਸ਼ ਕਰਦੀ ਹੈ, ਉਹ ਖਿੰਡੇ ਹੋਏ ਮਨ ਦੇ ਟੁਕੜਿਆਂ ਨੂੰ ਯਕਜਾ ਕਰਨਾ ਸ਼ੁਰੂ ਕਰ ਦਿੰਦੀ ਹੈ। ਬਸ ਸੁਣਨ ਦੀ ਇਹੀ ਮਹਾਨਤਾ ਹੈ। ਇੱਕ ਇੱਕ ਸ਼ਬਦ ਜੈਸੇ ਅੰਦਰ ਪ੍ਰਵੇਸ਼ ਕਰ ਰਿਹਾ ਹੈ, ਖਿੰਡੇ ਹੋਏ ਮਨ ਦੇ ਟੁਕੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਤਾਂ ਸਾਹਿਬ ਕਹਿੰਦੇ ਨੇ, ਸੁਣੈ ਲਾਗੈ ਸਹਿਜ ਧਿਆਨ। ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਧਿਆਨ ਸਾਧਨਾ ਦੀ ਸਿਖਰਤਾ ਲੱਭ ਜਾਂਦੀ ਹੈ। ਆਖਿਰ ਸਮੂਹ ਧਿਆਨ ਸਾਧਨਾ ਦਾ ਮਤਲਬ ਤੇ ਇਤਨਾ ਹੀ ਹੈ ਕਿ ਮਨ ਟਿਕੇ, ਮਨ ਅਡੋਲ ਹੋਵੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਇਹ ਤੇ ਪ੍ਰਮਾਤਮਾ ਦਾ ਨਾਮ ਸੁਣਨ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ, ਧਿਆਨ ਟਿਕ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਸਦਾ ਵਿਗਾਸ ਤੋਂ ਮੁਰਾਦ ਹੈ ਹਮੇਸ਼ਾ। ਇਹ ਨਹੀਂ ਕਿ ਅੱਜ ਖੇੜਾ ਹੈ, ਕੱਲ ਰੋਣਾ ਹੈ, ਸਵੇਰੇ ਹੱਸਣਾ ਹੈ, ਸ਼ਾਮੀ ਰੋਣਾ ਹੈ। ਅੱਜ ਪ੍ਰਸੰਨਤਾ ਹੈ, ਕੱਲ ਮੁਰਝਾਣਾ ਹੈ। ਸਦੀਵੀ ਪ੍ਰਸੰਨਤਾ, ਸਦੀਵੀ ਖੇੜਾ ਭਗਤਾਂ ਕੋਲ ਹੁੰਦਾ ਹੈ। ਭਗਤ ਐਸੀ ਬਸੰਤ ਬਹਾਰ ਨੇ ਜਿਹਦੇ ਉੱਤੇ ਕਦੀ ਖਿਜ਼ਾਂ ਨਹੀਂ ਆਉਂਦੀ, ਜਿਸ ਦੇ ਉੱਤੇ ਕਦੀ ਪਤਝੜ ਦੀ ਰੁੱਤ ਨਹੀਂ ਆਉਂਦੀ। ਭਗਤ ਕਬੀਰ ਜੀ ਮਹਾਰਾਜ ਦਾ ਕਹਿਣਾ ਹੈ, ਕਬੀਰ ਐਸਾ ਬੀਜ ਬੋਏ ਬਾਹਰੇ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ ਪੰਛੀ ਕੇਲ ਕਰੰਤ। ਤੋ ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਪਰਮਾਤਮਾ ਦਾ ਨਾਮ ਸੁਣਨ ਨਾਲ ਹੀ ਦੂਜੇ ਨੂੰ ਚੋਟ ਪਹੁੰਚਾਉਣ ਦੀ ਬਿਰਤੀ ਖਤਮ ਹੋ ਗਈ। ਪਾਪ ਦੀ ਮੂਲ ਵਿਆਖਿਆ ਇਹ ਕਿ ਮੇਰੇ ਬੋਲ ਨਾਲ ਜੇ ਕਿਸੇ ਦਾ ਦਿਲ ਦੁਖਿਆ, ਪਾਪ ਹੋ ਗਿਆ। ਮੇਰੇ ਵਿਚਾਰਾਂ ਦੇ ਨਾਲ ਕਿਸੇ ਦੀ ਹਾਨੀ ਹੋਈ ਹੈ ਤਾਂ ਪਾਪ ਹੋ ਗਿਆ। ਮੇਰੇ ਕਿਸੇ ਕਰਮ ਦੇ ਨਾਲ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਇਹ ਪਾਪ ਹੋ ਗਿਆ। ਤੇ ਦੂਜੇ ਦਾ ਅਹਿਤ ਕਰਕੇ ਆਪਣਾ ਹਿੱਤ ਲੱਭਣਾ,
ਦੂਜੇ ਦਾ ਨੁਕਸਾਨ ਕਰਕੇ ਆਪਣਾ ਨਫਾ ਲੱਭਣਾ, ਦੂਜੇ ਦੀ ਬੇਇੱਜ਼ਤੀ ਕਰਕੇ ਆਪਣੀ ਇੱਜ਼ਤ ਲੱਭਣੀ, ਇਸੇ ਨੂੰ ਹੀ ਪਾਪ ਕਹਿੰਦੇ ਨੇ। ਇਹ ਪਾਪਮਈ ਬਿਰਤੀ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਹੀ ਖਤਮ ਹੋ ਜਾਂਦੀ ਹੈ। ਫਿਰ ਮਨੁੱਖ ਚੋਟ ਖਾ ਤੇ ਸਕਦਾ ਹੈ, ਚੋਟ ਦੇ ਨਹੀਂ ਸਕਦਾ। ਬੇਇੱਜ਼ਤੀ ਆਪਣੀ ਪ੍ਰਵਾਨ ਤੇ ਕਰ ਲੇਗਾ, ਪਰ ਦੂਜੇ ਦੀ ਬੇਇੱਜ਼ਤੀ ਨਹੀਂ ਕਰੇਗਾ। ਆਪਣਾ ਨੁਕਸਾਨ ਸਹਾਰ ਤੇ ਲਵੇਗਾ, ਪਰ ਦੂਸਰੇ ਦਾ ਨੁਕਸਾਨ ਕਤਈ ਨਹੀਂ ਕਰੇਗਾ। ਇਸ ਢੰਗ ਦੀ ਉਸਦੀ ਬਿਰਤੀ ਬਣ ਜਾਂਦੀ ਹੈ। ਜਦ ਦੂਸਰੇ ਦਾ ਉਸਨੇ ਨੁਕਸਾਨ ਕਰਨਾ ਹੀ ਨਹੀਂ ਤਾਂ ਐਸੀ ਅਵਸਥਾ ਬਣ ਜਾਂਦੀ ਹੈ, ਫਿਰ ਉਸਦਾ ਵੀ ਨੁਕਸਾਨ ਨਹੀਂ ਹੁੰਦਾ। ਜੋ ਕਿਸੇ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ, ਉਹਦੀ ਖੁਦ ਵੀ ਇੱਜ਼ਤ ਮਹਿਫੂਜ਼ ਰਹਿੰਦੀ ਹੈ, ਕਾਇਮ ਰਹਿੰਦੀ ਹੈ। ਇਸ ਵਾਸਤੇ ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ। ਸੁਣਦਿਆਂ ਹੀ ਪਾਪਾਂ ਦਾ ਨਾਸ ਹੋ ਜਾਂਦਾ, ਦੁੱਖਾਂ ਦਾ ਨਾਸ ਹੋ ਜਾਂਦਾ। ਸਦੀਵੀ ਵਿਗਾਸ, ਸਦੀਵੀ ਖੇੜੇ ਦਾ ਅੰਤਰ ਆਤਮੇ ਵਿੱਚੋਂ ਜਨਮ ਹੁੰਦਾ। ਸੁਣੀਏ ਸਰਾ ਗੁਣਾ ਕੇ ਗਾ, ਸੁਣੀਏ ਸੇਖ ਪੀਰ ਪਾਤਸ਼ਾਹ, ਸੁਣੀਏ ਅੰਧੇ ਪਾਵੇ ਰਾਮ, ਸੁਣੇ ਹਾਥ ਹੋਵੇ ਅਸਗਾਓ। ਨਾਨਕ ਭਗਤਾਂ ਸਦਾ ਵਿਗਾਸੇ, ਸੁਣਿਐ ਦੁਖ ਪਾਪ ਕਾ ਨਾਸੇ। ਸਰੀਰ ਦੇ ਤਲ ਤੇ ਮਹਾਨਤਾ ਇਸ ਗੱਲ ਦੀ ਹੈ ਕਿ ਮੂੰਹ ਦੇ ਰਾਹੀਂ ਭੋਜਨ ਸਰੀਰ ਦੇ ਵਿੱਚ ਪ੍ਰਵੇਸ਼ ਲਾਜ਼ਮੀ ਕਰੇ। ਮੂੰਹ ਦੇ ਵਿੱਚ ਪਾਈ ਹੋਈ ਵਸਤੂ ਭੋਜਨ ਦੀ ਬੁਰਕੀ ਅਗਰ ਇੱਕਦਮ ਉਲਟੀ ਹੋ ਜਾਏ, ਮੈਦੇ 'ਚ ਪਚੀ ਨਹੀਂ, ਅੰਦਰ ਗਈ ਨਹੀਂ, ਤਾਂ ਸਰੀਰ ਦਾ ਕਾਇਮ ਰਹਿਣਾ, ਸਰੀਰ ਦਾ ਜ਼ਿੰਦਾ ਰਹਿਣਾ ਔਖਾ ਹੋ ਜਾਏਗਾ। ਤੋ ਤਮਾਮ ਭੋਜਨ, ਅੰਨ, ਜਲ ਮੂੰਹ ਦੇ ਰਾਹੀਂ ਸਰੀਰ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਜੋ ਮਿੰਜ, ਮਾਸ, ਹੱਡੀਆਂ, ਖੂਨ ਤੇ ਦਿਮਾਗ ਦੀ ਸ਼ਕਤੀ ਬਣਦਾ ਹੈ। ਗੁਰੂ ਦਾ ਸ਼ਬਦ, ਪਰਮਾਤਮਾ ਦਾ ਨਾਮ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਜੋ ਦੈਵੀ ਸੰਪਦਾ ਬਣਦਾ ਹੈ, ਅਧਿਆਤਮਕ ਗੁਣ ਬਣਦਾ ਹੈ, ਪਰਮ ਆਨੰਦ ਬਣਦਾ ਹੈ, ਰੂਹਾਨੀ ਸ਼ਕਤੀ ਬਣਦਾ ਹੈ। ਭੋਜਨ ਦੀ ਬੁਰਕੀ ਸਹਿਜੇ ਅੰਦਰ ਚਲੀ ਜਾਂਦੀ ਹੈ। ਪਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ ਸਹਿਜੇ ਅੰਦਰ ਪ੍ਰਵੇਸ਼ ਕਰਨਾ ਔਖਾ ਹੋਵੇਗਾ। ਇਸੇ ਨੂੰ ਕਹਿੰਦੇ ਨੇ ਧਾਰਮਿਕ ਸਾਧਨਾ ਕਰਨੀ ਪਵੇਗੀ, ਭਾਵ ਧਿਆਨ ਸਾਧਨਾ ਕਰਨੀ ਪਏਗੀ। ਧਿਆਨ ਫਿਰ ਕਿੱਥੇ ਟਿਕਾਈਏ? ਧਿਆਨ ਸੁਣਨ ਦੇ ਟਿਕਾਣਾ ਹੈ, ਧਿਆਨ ਸ਼ਬਦ ਦੇ ਟਿਕਾਣਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਧਿਆਨ ਦੀ ਪ੍ਰਬਲ ਸ਼ਕਤੀ ਮਨੁੱਖ ਦੇ ਕੋਲ ਹੈ, ਤੇ ਧਿਆਨ ਜਿਸ ਪਾਸੇ ਜਾਵੇਗਾ, ਮਨੁੱਖ ਦੀ ਤਮਾਮ ਸ਼ਕਤੀ ਧਿਆਨ ਦੇ ਰਾਹੀਂ ਉਸੇ ਪਾਸੇ ਗਮਨ ਕਰੇਗੀ। ਜਿੱਥੇ ਸਾਡਾ ਧਿਆਨ ਹੈ, ਸਾਡੀ ਜੀਵਨ ਸ਼ਕਤੀ ਉਸੇ ਪਾਸੇ ਜਾ ਰਹੀ ਹੈ। ਸੰਸਾਰ ਦੇ ਕਿਸੇ ਖਿੱਤੇ ਦੇ, ਕਿਸੇ ਵਸਤੂ ਦੇ, ਕਿਸੇ ਰੰਗ, ਕਿਸੇ ਰੂਪ ਦੇ ਸਾਡਾ ਧਿਆਨ ਹੈ, ਤਾਂ ਸਾਡੀ ਸ਼ਕਤੀ ਉਸੇ ਪਾਸੇ ਗਮਨ ਕਰ ਰਹੀ ਹੈ। ਔਰ ਸਹਿਜੇ ਸਹਿਜੇ ਅਸੀਂ ਆਪਣੀ ਸ਼ਕਤੀ ਤੋਂ ਛੀਣ ਹੋ ਰਹੇ ਹਾਂ, ਖਾਲੀ ਹੋ ਰਹੇ ਹਾਂ। ਇੱਕੋ ਇੱਕ ਪਰਮਾਤਮਾ ਦਾ ਨਾਮ ਹੈ, ਅਗਰ ਉਸ ਵਿੱਚ ਸਾਡਾ ਧਿਆਨ ਜੁੜੇ ਤਾਂ ਸ਼ਕਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਤਾਕਤ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ 'ਚ ਮਨੁੱਖ ਦੀ ਸਤਿਆ ਖਤਮ ਨਹੀਂ ਆਉਂਦੀ, ਬਲਕਿ ਧਿਆਨ ਦੇ ਆਸਰੇ ਤੇ ਸਤਿਆ ਮਿਲਣੀ ਸ਼ੁਰੂ ਹੋ ਜਾਂਦੀ ਹੈ। ਦੈਵੀ ਸੰਪਦਾ ਦੇ ਅੰਬਾਰ ਲੱਗ ਜਾਂਦੇ ਨੇ ਉਸ ਮਨੁੱਖ ਦੇ ਅੰਦਰ, ਜੋ ਧਿਆਨ ਦੇ ਨਾਲ ਸੁਣਦਾ ਹੈ। ਇੰਜ ਕਹੀਏ, ਸੁਣਨਾ ਹੀ ਧਿਆਨ ਨੇ ਹੈ, ਕੰਨਾਂ ਨੇ ਨਹੀਂ। ਇੱਕ ਮਨੁੱਖ ਅਗਰ ਧਿਆਨ ਆਪਣੀ ਅੱਖਾਂ ਦੇ ਨਾਲ ਨਾ ਰੱਖ ਸਕੇ ਤਾਂ ਸ਼ਾਇਦ ਘਰ ਵੀ ਨਹੀਂ ਪਹੁੰਚ ਸਕੇਗਾ। ਐਸਾ ਅਕਸਰ ਹੁੰਦਾ ਹੈ ਕਿ ਮਨੁੱਖ ਆਪਣੇ ਘਰ ਦੇ ਕੋਲੋਂ ਅੱਗੇ ਲੰਘ ਗਿਆ, ਪਹੁੰਚਣਾ ਉਸਨੇ ਆਪਣੇ ਘਰ ਦੇ 'ਚ ਹੈ, ਤਾਂ ਅੱਗੇ ਜਾ ਕੇ ਉਸਨੂੰ ਖਿਆਲ ਆਉਂਦਾ ਹੈ, ਘਰ ਮੈਂ ਪਿੱਛੇ ਛੱਡ ਆਇਆ। ਅੱਖਾਂ ਤੇ ਵੇਖ ਰਹੀਆਂ ਸਨ, ਪਰ ਅੱਖਾਂ ਨਾਲ ਧਿਆਨ ਨਹੀਂ ਸੀ, ਇਸ ਵਾਸਤੇ ਆਪਣੇ ਘਰ ਨਹੀਂ ਪਹੁੰਚ ਸਕਿਆ। ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੈ, ਤੇ ਬੋਲਦਿਆਂ ਹੀ ਬੋਲਦਿਆਂ ਅਚਨਚੇਤ ਸਰੋਤੇ ਨੂੰ ਪੁੱਛਦਾ ਹੈ, ਮਿੱਤਰ ਨੂੰ ਪੁੱਛਦਾ ਹੈ, ਬਈ ਹੁਣੇ ਮੈਂ ਕੀ ਆਖਿਆ ਸੀ? ਤੇ ਅਗਲਾ ਕਹਿੰਦਾ, ਬੋਲ ਤੇ ਤੂੰ ਖੁਦ ਰਿਹਾ, ਪਰ ਮੇਰੇ ਕੋਲ ਪੁੱਛਦਾ ਹੈ। ਕਹਿੰਦਾ, ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਜੋ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ, ਤਾਂ ਬੋਲ ਕੀ ਬੋਲੇ ਨੇ
कुछ भी नहीं पता चलेगा। ध्यान किसी होर पासे अखां दे नाल नहीं है तो अपने घर विच पहुंचना भी बहुत औखा हो जाएगा। अगर कोई उच्चा उच्चा बोल रहा है और साडा ध्यान किसी होर पासे है तो असीं सुन नहीं सकांगे। ओम ओम दा रटन, राम राम दी धुन, वाहिगुरु वाहिगुरु दा संगीत अलापण वाले ते बहुत ने, पर सुनन वाले कोई विरले ही ने, बहुत थोड़े ने। हज़ारां ਸਰੋਤਿਆਂ ਦੇ ਇਕੱਠ ਵਿੱਚ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਸਰੋਤੇ ਨੇ ਜੋ ਵਾਕਈ ਸੁਣਦੇ ਨੇ, ਕਿਉਂਕਿ ਸੁਣਨ ਵਾਲਾ ਤੇ ਇਤਨਾ ਪਾਵਨ ਹੋ ਜਾਂਦਾ ਹੈ ਕਿ 68 ਤੀਰਥ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ, ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ। ਸੁਣਨ ਵਾਲੇ ਦੇ ਅੰਦਰ ਮਹਾਨ ਪਵਿੱਤਰਤਾ ਦਾ ਜਨਮ ਹੁੰਦਾ ਹੈ, ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ, ਉਹਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ। ਤੇ ਜੋ ਸੁਣਦਾ ਹੈ, ਧਿਆਨ ਨਾਲ ਸੁਣਦਾ ਹੈ, ਅਕਸਰ ਐਸਾ ਆਖਿਆ ਜਾਂਦਾ ਹੈ, ਪਰ ਨਹੀਂ, ਸੁਣਨਾ ਹੀ ਧਿਆਨ ਨੇ, ਕੰਨਾਂ ਨੇ ਨਹੀਂ ਸੁਣਨਾ। ਕੰਨ ਤੇ ਮੌਜੂਦ ਨੇ, ਖੁੱਲੇ ਨੇ, ਅਗਰ ਧਿਆਨ ਨਹੀਂ तो सुनन दी समर्था खो बैठणगे, कन नहीं सुन सकेगा। तो ध्यान ने ही सुनना है। जैसे कोई नाम दे च ध्यान जोड़दा है, परमात्मा दे शब्द दे च ध्यान जोड़दा है, तो सतगुरुदेव जी महाराज दा फरमान है, सुनै सारा गुणा कहेगा, वो गुणा दा सागर बन जाएगा, छपड़ी नहीं। 2-4 गुण उसदे कोल नहीं होणगे।